ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ਼ ਦੀ ਮਨਸੂਰ ਗੁਰੂ ਗੋਬਿੰਦ ਸਿੰਘ। ਸਮੇਂ ਦੇ ਇਤਿਹਾਸ ਤੇ ਆਪਣੀ ਹੋਂਦ ਦੇ ਡੂੰਘੇ ਨਿਸ਼ਾਨ ਛੱਡਣ ਵਾਲੇ ਅਲਾਹੀ ਨੂਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੇ ਘਰ ਪਟਨਾ ਬਿਹਾਰ 1666 ਵਿੱਚ ਹੋਇਆ ਸੀ। ਆਪ ਜੀ ਦੇ ਜਨਮ ਦੇ ਸਮੇਂ ਪਿਤਾ ਗੁਰੂ ਤੇਗ ਬਹਾਦਰ ਜੀ ਸਿੱਖੀ ਪ੍ਰਚਾਰ ਲਈ ਬੰਗਾਲ ਅਤੇ ਅਸਾਮ ਦੇ ਦੌਰੇ ਤੇ ਗਏ ਹੋਏ ਸਨ। ਆਪ ਜੀ ਦੇ ਜਨਮ ਦੀ ਖਬਰ ਮਿਲਦੇ ਹੀ ਉਹਨਾਂ ਨੇ ਮਾਤਾ ਗੁਜਰੀ ਜੀ ਨੂੰ ਸੁਨੇਹਾ ਭੇਜਿਆ ਕਿ ਬੱਚੇ ਦਾ ਨਾਂ ਗੋਬਿੰਦ ਰਾਏ ਰੱਖਿਆ ਜਾਵੇ। ਆਪ ਜੀ ਦੀ ਮੁੱਢਲੀ ਵਿੱਦਿਆ ਪਟਨਾ ਵਿੱਚ ਹੀ ਹੋਈ। ਕਲਗੀਧਰ ਪਾਤਸ਼ਾਹ ਬਚਪਨ ਤੋਂ ਹੀ ਬਾਕੀ ਬੱਚਿਆਂ ਤੋਂ ਕਾਫੀ ਅਲੱਗ ਸਨ। ਸੂਝਵਾਨ ਅਤੇ ਧਰਮੀ ਮਨੁੱਖ ਆਪ ਜੀ ਦੇ ਰੱਬੀ ਨੂਰ ਦੇ ਦਰਸ਼ਨ ਕਰ ਲੈਂਦੇ ਸਨ। ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇਸ਼ ਭਰ ਦੇ ਕਈ ਹਿੱਸਿਆਂ ਵਿੱਚ ਪ੍ਰਚਾਰ ਕਰਨ ਤੋਂ ਬਾਅਦ ਅਨੰਦਪੁਰ ਸਾਹਿਬ ਪਹੁੰਚੇ ਅਤੇ ਆਪਣੇ ਪਰਿਵਾਰ ਨੂੰ ਵੀ ਉੱਥੇ ਹੀ ਬੁਲਾ ਲਿਆ। ਇਹ ਉਹ ਦਿਨ ਸੀ ਜਦੋਂ ਪਿਤਾ ਤੇਗ ਬਹਾਦਰ ਜੀ ਅਤੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ ਮੇਲ ਹੋਇਆ। ਅਨੰਦਪੁਰ ਸਾਹਿਬ ਵਿੱਚ ਪਿਤਾ ਤੇਗ ਬਹਾਦਰ ਜੀ ਨੇ ਆਪ ਜੀ ਨੂੰ ਹਿੰਦੀ, ਗੁਰਮੁਖੀ, ਫਾਰਸੀ ਦੀ ਪੜ੍ਹਾਈ ਲਿਖਾਈ ਦੇ ਨਾਲ ਸ਼ਸਤਰ ਵਿੱਦਿਆ, ਤੀਰ ਅੰਦਾਜ਼ੀ, ਤਲਵਾਰ ਚਲਾਉਣਾ ਅਤੇ ਘੋੜ ਸਵਾਰੀ ਦੀ ਸਿਖਲਾਈ ਦਾ ਪ੍ਰਬੰਧ ਵੀ ਕੀਤਾ। ਇਹ ਉਹ ਸਮਾਂ ਸੀ ਜਦੋਂ ਔਰੰਗਜ਼ੇਬ ਦੇ ਜ਼ੁਲਮਾਂ ਦੀ ਕਹਾਣੀ ਲਿਖੀ ਜਾ ਰਹੀ ਸੀ। ਉਸਦੇ ਜ਼ਬਰਦਸਤੀ ਪੰਡਿਤਾਂ ਨੂੰ ਮੁਸਲਮਾਨ ਬਣਾਉਣ ਤੋਂ ਦੁਖੀ ਹੋ ਕੇ ਕੁਝ ਕਸ਼ਮੀਰੀ ਪੰਡਿਤ ਆਪ ਜੀ ਦੇ ਪਿਤਾ ਦੀ ਸ਼ਰਨ ਵਿੱਚ ਪਹੁੰਚੇ ਤੇ ਫਰਿਆਦ ਕੀਤੀ ਕਿ ਉਸਦੇ ਜ਼ੁਲਮਾਂ ਤੋਂ ਸਾਨੂੰ ਬਚਾਓ। ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮਾਂ ਦੀ ਵਾਰਤਾ ਸੁਣਨ ਤੋਂ ਬਾਅਦ ਸੋਚ ਵਿਚਾਰ ਕੇ ਕਿਹਾ, ਇਸ ਦਾ ਇੱਕੋ ਹੱਲ ਹੈ, ਕਿਸੇ ਮਹਾਪੁਰਸ਼ ਦੀ ਕੁਰਬਾਨੀ ਦੇਣੀ ਪਵੇਗੀ। ਪਿੱਛੇ ਖੜੇ ਬਾਲਕ ਗੋਬਿੰਦ ਰਾਏ ਨੇ ਇਸ ਨੂੰ ਸੁਣ ਕੇ ਬੜੀ ਮਾਸੂਮੀਅਤ ਪਰ ਦ੍ਰਿੜਤਾ ਨਾਲ ਕਿਹਾ, ਪਿਤਾ ਜੀ, ਤੁਹਾਡੇ ਤੋਂ ਵੱਡਾ ਹੋਰ ਕਿਹੜਾ ਮਹਾਪੁਰਸ਼ ਹੋ ਸਕਦਾ ਹੈ। ਨਿੱਕੀ ਜਿਹੀ ਉਮਰ ਵਿੱਚ ਪੁੱਤਰ ਗੋਬਿੰਦ ਰਾਏ ਦੀ ਬਹਾਦਰੀ ਵੇਖ ਕੇ ਪਿਤਾ ਗੁਰੂ ਤੇਗ ਬਹਾਦਰ ਜੀ ਦੰਗ ਰਹਿ ਗਏ। ਇਸ ਤੋਂ ਬਾਅਦ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਨੇ ਗ੍ਰਿਫਤਾਰ ਕਰ ਲਿੱਤਾ ਤਾਂ ਉਹਨਾਂ ਨੇ ਆਪਣੇ ਪੁੱਤਰ ਗੋਬਿੰਦ ਰਾਏ ਨੂੰ ਚਿੱਠੀ ਭੇਜੀ। ਬਲ ਛੁਟਕਿਓ ਬੰਧਨ ਪਰੇ ਕੁਛ ਨਾ ਹੋਤ ਉਪਾਏ, ਕਹਿਣਾ ਅਨਕ ਅਬ ਓਟ ਹਰ ਜੀਓ ਹੋਰ ਸਹਾਇ। ਉੱਤਰ ਵਿੱਚ ਗੋਬਿੰਦ ਰਾਏ ਦੇ ਇਹ ਸ਼ਬਦ ਸਨ, ਬਲ ਹੁਆ ਬੰਧਨ ਛੁਟੇ ਸਭ ਕੁਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਇ। ਇੱਕ ਛੋਟੀ ਜਿਹੀ ਉਮਰ ਦੇ ਬਾਲਕ ਦਾ ਇਹ ਉੱਤਰ ਪੜ੍ਹ ਕੇ ਗੁਰੂ ਤੇਗ ਬਹਾਦਰ ਜੀ ਨੂੰ ਇਹ ਨਿਸ਼ਚਾ ਹੋ ਗਿਆ ਕਿ ਗੋਬਿੰਦ ਰਾਏ ਹੁਣ ਗੁਰਗੱਦੀ ਯੋਗ ਹੋ ਗਿਆ ਹੈ। ਉਹ ਕਿਸੇ ਵਿਪਤਾ ਸਮੇਂ ਡੋਲਣ ਵਾਲਾ ਨਹੀਂ ਹੈ। ਚਾਂਦੀ ਚੌਂਕ ਵਿੱਚ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੋਂ ਬਾਅਦ ਜਦੋਂ ਭਾਈ ਜੇਤਾ ਜੀ ਉਹਨਾਂ ਦਾ ਸੀਸ ਪੁੱਤਰ ਗੋਬਿੰਦ ਰਾਏ ਕੋਲ ਲੈ ਕਰ ਪਹੁੰਚੇ ਤਾਂ ਕਲਗੀਧਰ ਪਾਤਸ਼ਾਹ ਨੇ ਆਪਣੇ ਪਿਤਾ ਦੇ ਸੀਸ ਅੱਗੇ ਆਪਣਾ ਸੀਸ ਝੁਕਾ ਕੇ ਕਿਹਾ, ਕਦੋਂ ਤੱਕ ਫਕੀਰ ਸ਼ਹੀਦ ਹੁੰਦੇ ਰਹਿਣਗੇ। ਇਸ ਕਿਰਪਾਨ, ਤੇਗ ਤੇ ਪੱਠੇ ਵਿੱਚ ਪਏ ਤੀਰਾਂ ਦਾ ਕੀ ਫਾਇਦਾ ਹੈ ਜੋ ਇਸ ਜ਼ੁਲਮ ਦਾ ਟਾਕਰਾ ਨਹੀਂ ਕਰ ਸਕਦੇ। ਗੁਰੂ ਸਾਹਿਬ ਨੇ ਭਾਈ ਜੇਤਾ ਜੀ ਨੂੰ ਪੁੱਛਿਆ ਕਿ ਸ਼ਹੀਦੀ ਦੇ ਸਮੇਂ ਉੱਥੇ ਕੋਈ ਸਿੱਖ ਨਹੀਂ ਸੀ। ਭਾਈ ਜੇਤਾ ਜੀ ਨੇ ਜਵਾਬ ਦਿੱਤਾ ਕਿ ਹੋਣਗੇ ਪਰ ਪਹਿਚਾਣੇ ਤਾਂ ਨਹੀਂ ਜਾ ਸਕਦੇ। ਇਹ ਜਵਾਬ ਸੁਣ ਕੇ ਗੁਰੂ ਸਾਹਿਬ ਨੇ ਉਸੇ ਸਮੇਂ ਫੈਸਲਾ ਕਰ ਲਿੱਤਾ ਕਿ ਜ਼ੁਲਮ ਨਾਲ ਟੱਕਰ ਲੈਣ ਲਈ ਸਿੱਖਾਂ ਨੂੰ ਇੱਕ ਨਿਆਰਾ ਰੂਪ ਦੇਣ ਦਾ ਸਮਾਂ ਆ ਗਿਆ ਹੈ ਤਾਂ ਕਿ ਇੱਕ ਸਿੱਖ ਲੱਖਾਂ ਵਿੱਚ ਖੜਾ ਪਹਿਚਾਣਿਆ ਜਾ ਸਕੇ। ਪਿਤਾ ਦੀ ਸ਼ਹੀਦੀ ਤੋਂ ਬਾਅਦ 9 ਸਾਲਾਂ ਦੀ ਉਮਰ ਵਿੱਚ ਦਮਦਮਾ ਸਾਹਿਬ ਵਿਖੇ ਆਪ ਜੀ ਦੀ ਗੁਰਗੱਦੀ ਦੀ ਰਸਮ ਪੂਰੀ ਹੋਈ। ਉਸ ਵਕਤ ਤੱਕ ਮੁਗਲ ਹੁਕਮਰਾਨਾਂ ਦੇ ਜ਼ੁਲਮ ਤੇ ਅਤਿਆਚਾਰ ਦੀ ਇੰਤਹਾ ਹੋ ਚੁੱਕੀ ਸੀ। ਗੁਰੂ ਸਾਹਿਬ ਨੇ ਇਹਨਾਂ ਜ਼ੁਲਮਾਂ ਨਾਲ ਟੱਕਰ ਲੈਣ ਲਈ ਸੈਨਾ ਇਕੱਠੀ ਕਰਕੇ ਫੌਜੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ। 11 ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਮਾਤਾ ਜੀਤੋ ਨਾਲ, ਫਿਰ 18 ਸਾਲ ਦੀ ਉਮਰ ਵਿੱਚ ਮਾਤਾ ਸੁੰਦਰੀ ਜੀ ਨਾਲ ਹੋਇਆ। ਮਾਤਾ ਜੀਤੋ ਦੀ ਕੁੱਖੋਂ 3 ਪੁੱਤਰ ਬਾਬਾ ਜੁਝਾਰ ਸਿੰਘ, ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਨ। ਮਾਤਾ ਸੁੰਦਰੀ ਜੀ ਦੀ ਕੁੱਖੋਂ ਬਾਬਾ ਅਜੀਤ ਸਿੰਘ ਜੀ। ਹੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਲਗੀ ਲਗਾਉਣੀ ਸ਼ੁਰੂ ਕਰ ਦਿੱਤੀ ਅਤੇ ਘੋੜਿਆਂ ਤੇ ਚੜ੍ਹ ਕੇ ਸ਼ਿਕਾਰ ਖੇਡਣ ਵੀ ਚਲੇ ਜਾਂਦੇ। ਅਸਾਧਾਰਨ ਚੜਾਵੇ, ਸ਼ਸਤਰ, ਘੋੜੇ, ਹਾਥੀਆਂ ਨਾਲ ਉਹਨਾਂ ਦੀ ਸ਼ਾਨ ਸ਼ੌਕਤ ਰਾਜਿਆਂ ਨਾਲੋਂ ਵੀ ਵੱਧ ਗਈ। ਆਪਣੇ ਫੌਜੀ ਠਾਠ-ਬਾਠ ਨੂੰ ਸੰਪੂਰਨ ਕਰਨ ਲਈ ਆਪ ਜੀ ਨੇ ਇੱਕ ਰਣਜੀਤ ਨਗਾਰਾ ਬਣਵਾਇਆ। ਜਦੋਂ ਆਪ ਯੋਧਿਆਂ ਨਾਲ ਸ਼ਿਕਾਰ ਖੇਡਣ ਜਾਣ ਤੋਂ ਪਹਿਲਾਂ ਉਸ ਨੂੰ ਵਜਾਉਂਦੇ ਤਾਂ ਇਸ ਦੀ ਗੂੰਜ ਨਾਲ
ਪਹਾੜਾਂ ਦੀਆਂ ਟੂਨਾਂ ਗੂੰਜ ਉੱਠਦੀਆਂ ਅਤੇ ਸੁਣਨ ਵਾਲਿਆਂ ਦੇ ਹਿਰਦੇ ਕੰਬ ਉੱਠਦੇ। ਇਸ ਤਰ੍ਹਾਂ ਹਿੰਦੂ ਰਾਜੇ ਮਹਾਰਾਜਿਆਂ ਤੇ ਉੱਚ ਜਾਤੀਆਂ ਨੂੰ ਇਹ ਗਲਤਫਹਿਮੀ ਹੋਣ ਲੱਗੀ ਕਿ ਅਗਰ ਸਿੱਖੀ ਫੈਲ ਗਈ ਤਾਂ ਸਾਡੀਆਂ ਪਦਵੀਆਂ, ਅਧਿਕਾਰਾਂ ਅਤੇ ਅਖਤਿਆਰ ਘਟ ਜਾਣਗੇ। ਇਸੇ ਡਰ ਨਾਲ ਉਹਨਾਂ ਨੇ ਮੁਗਲ ਹਕੂਮਤ ਨਾਲ ਹੱਥ ਮਿਲਾ ਕੇ ਗੁਰੂ ਜੀ ਦੀ ਖਿਲਾਫਤ ਸ਼ੁਰੂ ਕਰ ਦਿੱਤੀ। ਸਭ ਨੇ ਮਿਲ ਕੇ ਗੁਰੂ ਜੀ ਨੂੰ ਸਭ ਤੋਂ ਪਹਿਲਾਂ ਸੰਦੇਸ਼ ਭੇਜਿਆ ਕਿ ਸਾਡੀ ਅਧੀਨਤਾ ਕਬੂਲ ਕਰਕੇ ਅਨੰਦਪੁਰ ਸਾਹਿਬ ਖਾਲੀ ਕਰ ਦਿਓ ਜਾਂ ਯੁੱਧ ਲਈ ਤਿਆਰ ਰਹੋ। ਗੁਰੂ ਸਾਹਿਬ ਦਾ ਉੱਤਰ ਉਹਨਾਂ ਦੀ ਅਣਖ, ਦਲੇਰੀ ਅਤੇ ਚੜ੍ਹਦੀ ਕਲਾ ਦਾ ਸਬੂਤ ਹੈ। ਉਹਨਾਂ ਨੇ ਉੱਤਰ ਦਿੱਤਾ, ਰਈਅਤ ਤਾਂ ਅਸੀਂ ਕੇਵਲ ਵਾਹਿਗੁਰੂ ਦੀ ਹਾਂ, ਨਾ ਅਸੀਂ ਕਿਸੇ ਤੋਂ ਡਰਦੇ ਹਾਂ ਨਾ ਡਰਾਉਂਦੇ ਹਾਂ, ਨਾ ਕਿਸੇ ਦੀ ਈਨ ਮੰਨਦੇ ਹਾਂ ਨਾ ਮਨਵਾਉਂਦੇ ਹਾਂ। ਅਨੰਦਪੁਰ ਸਾਹਿਬ ਸਾਡੇ ਗੁਰੂ ਪਿਤਾ ਦੀ ਮੁੱਲ ਖਰੀਦੀ ਥਾਂ ਤੇ ਉਸਰਿਆ ਹੈ। ਉੱਥੋਂ ਕੱਢਣ ਜਾਂ ਨਿਕਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਗੁਰੂ ਸਾਹਿਬ ਨੇ ਇਹ ਉੱਤਰ ਦਿੱਤਾ, ਪਰ ਉਹਨਾਂ ਨੂੰ ਇਹ ਅੰਦੇਸ਼ਾ ਵੀ ਹੋ ਗਿਆ ਕਿ ਆਉਣ ਵਾਲਾ ਸਮੇਂ ਹੁਣ ਯੁੱਧ ਦਾ ਰਹੇਗਾ। ਉਹਨਾਂ ਨੇ ਸਿੱਖ ਸੰਗਤਾਂ ਨੂੰ ਹੁਕਮ ਜਾਰੀ ਕਰ ਦਿੱਤਾ ਕਿ ਹੁਣ ਧਨ ਦੀ ਜਗ੍ਹਾ ਸ਼ਸਤਰ, ਬਸਤਰ ਤੇ ਘੋੜੇ ਭੇਟਾਂ ਵਜੋਂ ਲਿਆਂਦੇ ਜਾਣ। ਪੰਗਾਣੀ ਦੇ ਯੁੱਧ ਵਿੱਚ ਜਿੱਤ ਨੇ ਗੁਰੂ ਸਾਹਿਬ ਦੇ ਆਦਰਸ਼ਾਂ ਨੂੰ ਦ੍ਰਿੜਤਾ ਅਤੇ ਕੌਮ ਉਸਾਰੀ ਦੇ ਮਕਸਦ ਨੂੰ ਤਾਕਤ ਬਖਸ਼ੀ। ਗੁਰੂ ਸਾਹਿਬ ਇਹ ਤਾਂ ਸਮਝ ਗਏ ਕਿ ਇਹ ਪਹਿਲੀ ਲੜਾਈ ਹੈ, ਆਖਰੀ ਨਹੀਂ। ਗੁਰੂ ਸਾਹਿਬ ਨੇ ਆਪਣੀ ਫੌਜ ਨੂੰ ਇਸ ਤਰ੍ਹਾਂ ਤਿਆਰ ਕੀਤਾ ਕਿ ਉਹਨਾਂ ਵਿੱਚ ਹਕੂਮਤ ਨੂੰ ਵੰਗਾਰਨ ਦੀ ਸ਼ਕਤੀ ਆ ਚੁੱਕੀ ਸੀ। ਹੁਣ ਜ਼ਰੂਰਤ ਸੀ ਇਸ ਦੇ ਨਿਆਰੇ ਸਰੂਪ, ਸ਼ਖਸੀਅਤ ਤੇ ਵਿਲੱਖਣ ਹੋਣ ਦੀ ਅਤੇ ਹਸਤੀ ਦੀ। 29 ਮਾਰਚ 1699 ਦੀ ਵਿਸਾਖੀ ਦੇ ਜੋੜ ਮੇਲੇ ਵਿੱਚ ਸੰਗਤ ਵਿੱਚੋਂ 5 ਬਹਾਦਰ ਯੋਧਿਆਂ ਨੂੰ ਚੁਣਿਆ ਅਤੇ ਉਹਨਾਂ ਨੂੰ 5 ਪਿਆਰਿਆਂ ਦਾ ਰੂਪ ਦੇ ਕੇ ਉਹਨਾਂ ਨੂੰ ਖਾਲਸੇ ਦਾ ਰੂਪ ਬਣਾ ਦਿੱਤਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮਹਿ ਹੋ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੋ ਸਦ ਸਦ ਸੰਗਾ। ਫਿਰ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ ਅਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਕੇ ਗੁਰੂ ਚੇਲੇ ਦਾ ਭੇਦ ਮਿਟਾ ਦਿੱਤਾ ਅਤੇ ਕਿਹਾ, ਏਕ ਪਿਤਾ ਏਕਸ ਕੇ ਹਮ ਬਾਰਿਕ। ਸਿੱਖਾਂ ਨੂੰ 5 ਕਕਾਰ ਧਾਰਨ ਕਰਵਾ ਦਿੱਤੇ ਅਤੇ ਸਿੱਖਾਂ ਦੇ ਨਾਮ ਨਾਲ ਹੁਣ ਸਿੰਘ ਜੋੜ ਦਿੱਤਾ ਗਿਆ। ਇਸ ਤਰ੍ਹਾਂ ਖਾਲਸੇ ਦੀ ਸਿਰਜਣਾ ਦਾ ਕੰਮ ਪੂਰਾ ਹੋਇਆ, ਜਿਸ ਨੇ ਹਿੰਦੁਸਤਾਨ ਦੀ ਮਿੱਟੀ ਵਿੱਚ ਅਜਿਹੇ ਸੰਤ ਸਿਪਾਹੀ ਪੈਦਾ ਕੀਤੇ ਜਿਨ੍ਹਾਂ ਨੇ ਦੇਸ਼ ਦੀ ਤਸਵੀਰ ਅਤੇ ਤਕਦੀਰ ਬਦਲ ਕੇ ਰੱਖ ਦਿੱਤੀ ਅਤੇ ਸਿੱਖੀ ਨੂੰ ਉਸ ਮੰਜ਼ਿਲ ਤੇ ਪਹੁੰਚਾ ਦਿੱਤਾ ਜਿੱਥੇ ਦੁਸ਼ਮਣ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਹਿਲਾ ਨਹੀਂ ਸਕਿਆ। ਗੁਰੂ ਜੀ ਦੀ ਚਲਾਈ ਇਸ ਲਹਿਰ ਨੂੰ ਕੁਚਲਣ ਲਈ ਕੁਝ ਮਤਲਬ ਪ੍ਰਸਤ ਅਤੇ ਰਾਜਸੀ ਠਾਠ-ਬਾਠ ਦੇ ਮੋਹ ਵਿੱਚ ਫਸੇ ਪਹਾੜੀ ਰਾਜਿਆਂ ਨੇ ਮੁਗਲ ਹਕੂਮਤਾਂ ਨਾਲ ਮਿਲ ਕੇ ਯੁੱਧ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਵਿੱਚ ਮੁਗਲ ਹਕੂਮਤ ਅਤੇ ਰਾਜਿਆਂ ਦੀ 10 ਲੱਖ ਦੀ ਫੌਜ ਦੇ ਸਾਹਮਣੇ ਸੀ ਗੁਰੂ ਸਾਹਿਬ ਦੀ 1000 ਦੀ ਫੌਜ, ਪਰ ਉਹਨਾਂ ਦੇ ਹੌਸਲਿਆਂ ਅੱਗੇ ਦੁਸ਼ਮਣਾਂ ਦੀ ਗਿਣਤੀ ਵੀ ਘਟ ਪੈ ਗਈ। ਗੁਰੂ ਗੋਬਿੰਦ ਸਿੰਘ ਜੀ ਦੇ ਵਾਧੇ ਰਸੂਖ ਦੀਆਂ ਖਬਰਾਂ ਜਦੋਂ ਔਰੰਗਜ਼ੇਬ ਤੱਕ ਪਹੁੰਚੀਆਂ ਤਾਂ ਉਸਨੇ ਗੁਰੂ ਜੀ ਅਤੇ ਅਨੰਦਪੁਰ ਸਾਹਿਬ ਦਾ ਨਾਮੋ ਨਿਸ਼ਾਨ ਮਿਟਾਉਣ ਦਾ ਆਦੇਸ਼ ਜਾਰੀ ਕਰ ਦਿੱਤਾ। ਇਸ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰ ਲਿਆ ਗਿਆ। ਲੱਖਾਂ ਦੀ ਫੌਜ ਹਜ਼ਾਰਾਂ ਸਿੰਘਾਂ ਦੇ ਹੌਸਲੇ ਨਹੀਂ ਤੋੜ ਸਕੀ ਤਾਂ ਫਿਰ ਯੋਜਨਾ ਬਣਾਈ ਗਈ ਕਿ ਇਹਨਾਂ ਸਿੰਘਾਂ ਨੂੰ ਭੁੱਖੇ ਭਾਣੇ ਮਾਰਿਆ ਜਾਏ। ਇਸ ਤਰ੍ਹਾਂ ਅਨੰਦਪੁਰ ਸਾਹਿਬ ਕਿਲੇ ਵਿੱਚ ਸਿੱਖ ਕਿਲੇ ਦੇ ਅੰਦਰ ਬੰਦ ਹੋ ਗਏ। ਭੋਜਨ ਪਾਣੀ ਦੀ ਵਿਵਸਥਾ ਰੁਕ ਗਈ। ਫਿਰ ਉਹ ਦਿਨ ਆਇਆ, ਭੁੱਖੇ ਪਾਣੀ ਸਿੱਖਾਂ ਦੀ ਹਿੰਮਤ ਟੁੱਟ ਗਈ। ਗੁਰੂ ਸਾਹਿਬ ਨੂੰ ਉਹਨਾਂ ਨੇ ਕਿਲਾ ਛੱਡਣ ਦੀ ਬੇਨਤੀ ਕੀਤੀ। ਗੁਰੂ ਸਾਹਿਬ ਨੇ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਨਹੀਂ ਮੰਨੇ ਤਾਂ ਉਹਨਾਂ ਨੇ ਇਸ ਨੂੰ ਹੁਕਮ ਮੰਨਿਆ ਅਤੇ ਕਿਲਾ ਛੱਡਣ ਦਾ ਫੈਸਲਾ ਕਰ ਲਿੱਤਾ। ਪਰ ਜਿਵੇਂ ਹੀ ਇਸ ਕਿਲੇ ਤੋਂ ਬਾਹਰ ਆਏ, ਮੁਗਲ ਫੌਜਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਪੋਹ ਦੀਆਂ ਠੰਡੀਆਂ ਰਾਤਾਂ, ਬਾਰਿਸ਼, ਝੱਖੜ, ਲਗਾਤਾਰ ਵਰਦੇ ਮੀਂਹ ਨੇ ਸਰਸਾ ਦਾ ਪਾਣੀ ਚੜਾ ਦਿੱਤਾ। ਦੂਜੀ ਤਰਫ ਠੰਡ ਦੇ ਕਹਿਰ ਨੇ ਸਿੰਘਾਂ ਦੀ ਗਿਣਤੀ ਘਟਾ ਦਿੱਤੀ ਤੇ ਸਰਸਾ ਨਦੀ ਦੇ ਕੰਢੇ ਇਹ ਉਹ ਦਿਨ ਸੀ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਉਹਨਾਂ ਤੋਂ ਵਿਛੜ ਗਿਆ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੰਗੂ ਰਸੋਈਏ ਨਾਲ ਸਰਹੰਦ ਵੱਲ ਚਲੇ ਗਏ। ਗੁਰੂ ਸਾਹਿਬ, ਕੁਝ ਸਿੰਘ ਅਤੇ ਵੱਡੇ ਸਾਹਿਬਜ਼ਾਦੇ ਚਮਕੌਰਗੜੀ ਪਹੁੰਚ ਗਏ। ਪੋਹ ਦੀ ਕਾਲੀ, ਠੰਡੀ ਅਤੇ ਹਨੇਰੀ ਰਾਤ ਦਾ ਸਮਾਂ ਸੀ।
ਇੱਕ ਪਾਸੇ 42 ਦੀ ਸੰਖਿਆ ਵਿੱਚ ਭੁੱਖੇ ਪਾਣੇ ਸਿੰਘ ਅਤੇ ਦੂਜੇ ਪਾਸੇ 10 ਲੱਖ ਦੀ ਵੱਡੀ ਫੌਜ। ਚਮਕੌਰ ਗੜੀ ਦੀ ਜੰਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਨੂੰ ਅਜਿਹਾ ਤਾਕਤਵਰ ਬਣਾਇਆ ਤੇ ਇੱਕ ਸਲੋਕ ਜਾਰੀ ਕੀਤਾ। ਚਿੜੀਆਂ ਤੋਂ ਮੈਂ ਬਾਜ ਤੁੜਾਵਾਂ, ਗਿੱਦੜਾਂ ਤੋਂ ਮੈਂ ਸ਼ੇਰ ਬਣਾਵਾਂ, 1.25 ਲੱਖ ਨਾਲ ਇੱਕ ਲੜਾਵਾਂ, ਤਬੇ ਗੋਬਿੰਦ ਸਿੰਘ ਨਾਮ ਕਹਾਵਾਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਵਾਕ ਨੇ ਗਿਣਤੀ ਭਰ ਸਿੰਘਾਂ ਦੀ ਫੌਜ ਵਿੱਚ ਅਜਿਹਾ ਜੋਸ਼ ਭਰ ਦਿੱਤਾ ਕਿ ਲੱਖਾਂ ਦੀ ਸੰਖਿਆ ਵਿੱਚ ਮੁਗਲ ਸੈਨਾ ਦੇ ਸਾਹਮਣੇ ਉਹ ਖੜੇ ਹੋ ਗਏ ਤੇ ਉਹਨਾਂ ਦੇ ਛੱਕੇ ਛੁਡਾ ਦਿੱਤੇ। ਤੀਰ ਤਲਵਾਰਾਂ ਚੱਲ ਰਹੀਆਂ ਸਨ। ਗੁਰੂ ਸਾਹਿਬ ਦੇ ਪਿਆਰੇ ਸ਼ਹੀਦ ਹੁੰਦੇ ਜਾ ਰਹੇ ਸਨ। ਫਿਰ ਉਹ ਦਿਨ ਆਇਆ ਜਦੋਂ ਗੁਰੂ ਸਾਹਿਬ ਨੇ ਆਪਣੇ ਦੋਨੋਂ ਵੱਡੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਤਿਆਰ ਕਰਕੇ ਯੁੱਧ ਵਿੱਚ ਭੇਜਿਆ। ਦੋਨੋਂ ਵੱਡੇ ਸਾਹਿਬਜ਼ਾਦਿਆਂ ਨੇ ਆਪਣੀ ਬਹਾਦਰੀ ਦੇ ਅਜਿਹੇ ਜੌਹਰ ਦਿਖਾਏ ਕਿ ਵੈਰੀ ਤਰਾ ਤਰਾ ਕਰ ਉੱਠਿਆ। ਪਰ ਇਸ ਯੁੱਧ ਵਿੱਚ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ। ਜਦੋਂ ਪਿਤਾ ਨੇ ਯੁੱਧ ਵਿੱਚ ਪੁੱਤਰਾਂ ਦੀ ਸ਼ਹਾਦਤ ਦੇਖੀ ਤਾਂ ਉਹਨਾਂ ਨੇ ਜੈਕਾਰਾ ਛੱਡਿਆ, ਪਰਾਈ ਅਮਨ ਕਿਉਂ ਰੱਖੀਏ, ਦਿੱਤੇ ਹੀ ਸੁਖ ਹੋਏ, ਤੇਰੀ ਅਮਾਨਤ ਤੇਰੇ ਹਵਾਲੇ। ਗੁਰੂ ਸਾਹਿਬ ਨੇ ਕਿਹਾ, ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਸਦਕਾ ਮੈਨੂੰ ਸ਼ਹੀਦ ਦੇ ਪੁੱਤਰ ਹੋਣ ਦਾ ਮਾਣ ਮਿਲਿਆ। ਅੱਜ ਇਹਨਾਂ ਯੋਧਿਆਂ ਦੀ ਕਰਨੀ ਸਦਕਾ ਸ਼ਹੀਦਾਂ ਦਾ ਪਿਤਾ ਹੋਣ ਦਾ ਹੱਕਦਾਰ ਬਣਿਆ ਹਾਂ। ਅਰਦਾਸ ਪ੍ਰਵਾਨ ਹੋਵੇ ਜੀ ਤੇ ਲੱਖ ਲੱਖ ਧੰਨਵਾਦ। ਇਸ ਤੋਂ ਬਾਅਦ ਸਰਹੰਦ ਸਾਕੇ ਦੀ ਜਾਣਕਾਰੀ ਵੀ ਆਪ ਜੀ ਨੂੰ ਮਿਲ ਗਈ ਅਤੇ ਛੋਟੇ ਸਾਹਿਬਜ਼ਾਦਿਆਂ ਨਾਲ ਹੋਏ ਜ਼ੁਲਮ ਦੀ ਵਾਰਤਾ ਆਪਨੇ ਬੜੇ ਹੀ ਸ਼ਾਂਤ, ਅਡੋਲ ਅਤੇ ਧੀਰਜ ਨਾਲ ਸੁਣੀ। ਅਵਤਾਰਾਂ, ਰਸੂਲਾਂ, ਪੈਗੰਬਰਾਂ ਵਿੱਚ ਕੋਈ ਐਸਾ ਸਾਬਰ ਨਹੀਂ ਹੋਇਆ ਜਿਸ ਨੇ ਆਪਣੇ ਪੁੱਤਰਾਂ ਨੂੰ ਆਪ ਜੰਗ ਵਿੱਚ ਤੋੜ ਕੇ ਸ਼ਹੀਦ ਕਰਵਾ ਕੇ ਇੱਕ ਹੰਝੂ ਵੀ ਨਾ ਘੇਰਿਆ ਹੋਵੇ ਅਤੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ ਹੋਵੇ। ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਦੇਸ਼ ਤੇ ਕੌਮ ਤੋਂ ਵਾਰ ਕੇ ਦੇਸ਼ ਵਾਸੀਆਂ ਦੀ ਰੂਹ ਨੂੰ ਪੁਨਰ ਜੀਵਤ ਕਰ ਦਿੱਤਾ। ਮੁਕਤਸਰ ਦੀ ਜੰਗ ਗੁਰੂ ਸਾਹਿਬ ਦੀ ਮੁਗਲ ਹਕੂਮਤ ਨਾਲ ਆਖਰੀ ਜੰਗ ਸੀ ਜੋ ਦੁਨੀਆ ਦੇ ਇਤਿਹਾਸ ਵਿੱਚ ਸਮੂਹਕ ਸ਼ਹਾਦਤ, ਅਸਾਮੀ ਟੱਕਰ ਅਤੇ ਜਿੱਤ ਦੀ ਅਦੁੱਤੀ ਮਿਸਾਲ ਬਣੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਰੱਖਿਆ ਲਈ 14 ਜੰਗਾਂ ਲੜੀਆਂ। ਇਸ ਤੋਂ ਬਾਅਦ ਜਦੋਂ ਆਪ ਵਾਪਸ ਅਨੰਦਪੁਰ ਸਾਹਿਬ ਪਹੁੰਚੇ ਤਾਂ ਮਾਤਾ ਸੁੰਦਰੀ ਜੀ ਨੇ ਸਾਹਿਬਜ਼ਾਦਿਆਂ ਬਾਰੇ ਪੁੱਛਿਆ ਤਾਂ ਕਲਗੀਧਰ ਪਾਤਸ਼ਾਹ ਦਾ ਜਵਾਬ ਸੀ, ਇਨ ਪੁੱਤਰਨ ਕੇ ਸੀਸ ਪੈ ਵਾਰ ਦਿਆ ਸੁਤ ਚਾਰ ਮੁਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਫਿਰ ਦਮਦਮਾ ਸਾਹਿਬ ਵਿਖੇ ਆਪ ਜੀ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਲਿਖੀ ਬੀੜ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਵਾਇਆ ਅਤੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਾਈ। ਗੁਰੂ ਜੀ ਨੇ ਵੀ ਜਾਪ ਸਾਹਿਬ, ਅਕਾਲ ਉਸਤਤ, 33 ਸਵਈਏ, ਚੰਡੀ ਦੀ ਵਾਰ, ਸ਼ਬਦ ਹਜ਼ਾਰੇ ਵਰਗੀ ਪਵਿੱਤਰ ਬਾਣੀਆਂ ਦੀ ਰਚਨਾ ਕੀਤੀ। ਉਹਨਾਂ ਦੀ ਲਿਖੀ ਬਾਣੀ ਵਿੱਚ ਅਲੰਕਾਰਾਂ ਦੀ ਭਰਮਾਰ ਹੈ, ਪਰ ਫਿਰ ਵੀ ਬਾਣੀ ਵਿੱਚ ਸਾਦਗੀ ਰੱਖਣਾ ਉਹਨਾਂ ਦੀ ਰਚਨਾ ਦਾ ਖਾਸ ਗੁਣ ਹੈ। ਫਿਰ ਉਹ ਸਮਾਂ ਆਇਆ ਜਦੋਂ ਕਲਗੀਧਰ ਪਾਤਸ਼ਾਹ ਨੂੰ ਦੁਨਿਆਵੀ ਸ਼ਰੀਰ ਨੂੰ ਤਿਆਗਣ ਦੇ ਸਮੇਂ ਦਾ ਨਜ਼ਦੀਕ ਆਉਣ ਦਾ ਅਹਿਸਾਸ ਹੋ ਗਿਆ। ਉਹਨਾਂ ਨੇ 5 ਪੈਸੇ ਤੇ ਇੱਕ ਨਾਰੀਅਲ ਮੰਗਵਾਇਆ। ਆਖਰੀ ਦੀਵਾਨ ਸਜਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਗੁਰੂ ਜੀ ਨੇ 5 ਪੈਸੇ ਤੇ ਨਾਰੀਅਲ ਅੱਗੇ ਰੱਖ ਕੇ ਮੱਥਾ ਟੇਕਿਆ ਅਤੇ ਗੁਰਗੱਦੀ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਦਿੱਤੀ। ਗੁਰੂ ਸਾਹਿਬ ਨੇ ਕਿਹਾ, आज्ञा परी अकाल की तभी चलायो पंथ, सब सिखन को हुक्म है गुरु मानियो ग्रंथ। ਗੁਰਿਆਈ ਗੁਰੂ ਗੋਬਿੰਦ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਵਿੱਚ ਪਰਿਵਰਤਿਤ ਹੋ ਗਈ। ਸਿੱਖੀ ਨੂੰ ਸ਼ਬਦ ਗੁਰੂ ਨਾਲ ਜੋੜ ਕੇ ਸਦੀਵੀ ਕਾਲ ਲਈ ਦੇਹਧਾਰੀ ਗੁਰੂਆਂ ਤੋਂ ਮੁਕਤ ਕਰ ਦਿੱਤਾ। ਗੁਰੂ ਜੀ ਨੇ ਕਿਹਾ, ਬਾਣੀ ਸਾਡਾ ਹਿਰਦਾ ਹੈ, ਜਿਸਨੇ ਸਾਡੇ ਬਚਨ ਸੁਣਨੇ ਹੋਣ ਤਾਂ ਬਾਣੀ ਦਾ ਪਾਠ ਕਰੇ, ਜਿਸਨੇ ਸਾਡੇ ਦਰਸ਼ਨ ਕਰਨੇ ਹੋਣ ਤਾਂ 5 ਪਿਆਰਿਆਂ ਦਾ ਦਰਸ਼ਨ ਕਰੇ। 17 ਅਕਤੂਬਰ 1708 ਵਿੱਚ ਗੁਰੂ ਸਾਹਿਬ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਦੇ ਹੁਕਮ ਅਨੁਸਾਰ ਅਲੋਪ ਹੋ ਗਏ। ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇੱਕ ਮਹਾਨ ਸ਼ਕਤੀ ਦਾ ਸੋਮਾ ਹੈ ਜੋ ਕੌਮ ਦੀ ਸਦਾ ਅਗਵਾਈ ਕਰਦਾ ਰਿਹਾ ਅਤੇ ਕਰਦਾ ਰਹੇਗਾ। ਦੇਹ ਸ਼ਿਵਾ ਪਰ ਮੋਹ ਇਹ, शुभ कर्मन ते कबहू न डरो, न डरो अरसों जब जाओ लरो, निश्चय कर अपनी जीत करो। 10वें पिता श्री गुरु गोबिंद सिंह जी दे जन्म दिहाड़े दे मौके ते ग्लोबल मिडास फाउंडेशन तरफों लख लख वधाइयां।